श्री नानक पाद पंकज बंदन पाद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन बेगनन के नाशक बिगनन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु ते प्रसाद सत होए वाहेगुरु जी की फतेह बिघ्न विनाशन सोए वाहेगुरु जी की फतेह बिघ्न विनाशन सोए चौपई कह बाला श्री अंगद गुर जी सुनो कथा नाशक त्रै जुर की जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे अत-सत्कार जुग सत्संगी जनों ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਤੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਤ ਅਧਿਆਏ 11ਵੇਂ ਦਾ ਪ੍ਰਸੰਗ ਸਰਵਣ ਕੀਤਾ ਹੈ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਬੁਲਾਰ ਨੂੰ ਸਿਦਕ ਦਿੰਦੇ ਨੇ, ਰਾਏ ਬੁਲਾਰ ਨੂੰ ਉਪਦੇਸ਼ ਦਿੰਦੇ ਨੇ ਤੇ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ੋਭਾ ਤੋਂ ਪ੍ਰਭਾਵਿਤ ਹੋ ਕੇ ਜੈ ਜੈਕਾਰ ਕਰਦਾ ਹੈ। ਤੇ ਇਸ ਦੇ ਨਾਲ ਹੀ ਕਵੀ ਜੀ ਨੇ ਉਸ ਪ੍ਰਸੰਗ ਦੇ ਵਿੱਚ ਉਸੇ ਅਧਿਆਏ ਦੇ ਵਿੱਚ ਬਦਲ ਦੀ ਰੁੱਤ ਦਾ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਬਸੰਤ ਦੀ ਰੁੱਤ ਢਲ ਜਾਣ ਤੋਂ ਬਾਅਦ ਗਰਮੀ ਦੀ ਰੁੱਤ ਆਉਂਦੀ ਹੈ ਤੇ ਗਰਮੀ ਦੀ ਰੁੱਤ ਦੇ ਵਿੱਚ ਜੋ ਉੱਥੋਂ ਦਾ ਵਾਤਾਵਰਣ ਹੈ, ਜੋ ਉੱਥੋਂ ਦੇ ਮੌਸਮ ਦਾ ਮਾਹੌਲ ਹੈ, ਉਹ ਸਾਰਾ ਦਾ ਸਾਰਾ ਕਵੀ ਜੀ ਨੇ ਆਪਣੀ ਕਲਮ ਦੇ ਨਾਲ ਇਸ ਪ੍ਰਸੰਗ ਦੇ ਵਿੱਚ ਅੰਕਿਤ ਕੀਤਾ ਸੀ ਕਿ ਜਿਵੇਂ ਗਰਮੀ ਦੇ ਵਿੱਚ ਆਮ ਤੌਰ ਦੇ ਉੱਤੇ ਮੌਸਮ ਗਰਮ ਹੋਣ ਦੇ ਕਾਰਨ ਧੁੱਪ ਜ਼ਿਆਦਾ ਲੱਗਦੀ ਹੈ ਤੇ ਇਸੇ ਤਰ੍ਹਾਂ ਜਿਵੇਂ ਮਨੁੱਖਾਂ ਦਾ ਸਰੀਰ ਗਰਮੀ ਦੇ ਕਾਰਨ ਤਪਦਾ ਹੈ, ਉਹ ਛਾਂ ਵਾਸਤੇ ਠੰਡਕ ਵਾਸਤੇ ਕਿਸੇ ਰੁੱਖ ਦਾ ਆਸਰਾ ਲੈਂਦੇ ਨੇ, ਕਿਸੇ ਠੰਡੀ ਥਾਂ ਦੇ ਉੱਤੇ ਜਾਂਦੇ ਨੇ, ਨਾਲ ਹੀ ਨਾਲ ਫਿਰ ਉੱਥੇ ਸਮਝਾਉਣਾ ਕਰਦੇ ਨੇ ਕਿ ਮਨੁੱਖ ਦਾ ਇਸੇ ਤਰ੍ਹਾਂ ਅੰਦਰ ਵੀ ਤਪਦਾ ਪਿਆ,
ਮਨੁੱਖ ਦਾ ਮਨ ਵੀ ਵਿਕਾਰਾਂ ਦੀ ਤਪਸ਼, ਤ੍ਰਿਸ਼ਨਾ ਦੀ ਗਰਮੀ ਦੇ ਵਿੱਚ ਫਸਿਆ ਹੋਇਆ ਹੈ, ਤੇ ਪਰ ਉਸ ਮਨ ਦੀ ਤਪਸ਼ ਦੇ ਲਈ, ਮਨ ਨੂੰ ਠੰਡਾ ਕਰਨ ਦੇ ਲਈ ਮਨੁੱਖ ਕੋਈ ਵੀ ਯਤਨ ਨਹੀਂ ਕਰਦਾ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਰਾਏ ਬੁਲਾਰ ਜੀ ਨੂੰ ਆਪਣਾ ਉਪਦੇਸ਼ ਦਿੱਤਾ। ਰਾਏ ਬੁਲਾਰ ਨੂੰ ਕਿਸ ਤਰ੍ਹਾਂ ਸਮਝਾਉਣਾ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਤੇ ਕਿਵੇਂ ਗਾਵਾਂ ਮੱਝਾਂ ਚਰਾਉਂਦੇ ਨੇ, ਤੇ ਉਹ ਸਾਰਾ ਵਰਤਾਂਤ, ਉਹ ਸਾਰਾ ਪ੍ਰਸੰਗ ਪਿਛਲੇ ਅਧਿਆਏ 11ਵੇਂ ਦੇ ਵਿੱਚ ਅਸੀਂ ਸਮਾਪਤੀ ਕੀਤੀ ਸੀ। ਉੱਥੇ ਤੱਕ ਸਰਵਣ ਕਰ ਚੁੱਕੇ ਹਾਂ। ਅੱਜ ਅਸੀਂ 12ਵੇਂ ਅਧਿਆਏ ਦੇ ਪ੍ਰਸੰਗ ਦੀ ਆਰੰਭਤਾ ਕਰਾਂਗੇ, ਜਿਸ ਦਾ ਸਿਰਲੇਖ ਹੈ ਖੇਤੀ ਕਰਨਾ, ਖੇਤ ਬੀਜਣਾ ਜਾਂ ਰੁੱਖ ਦੀ ਛਾਂ ਦਾ ਅਸਰ। ਤੇ ਇਸੇ ਤਰ੍ਹਾਂ ਆਓ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ, ਸਾਹਿਬਾਂ ਨੂੰ ਚੇਤੇ ਕਰਦਿਆਂ ਹੋਇਆਂ ਆਪਣਾ ਸੀਸ ਝੁਕਾਈਏ ਜੀ। ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸੋ ਪਈ ਕਹਿ ਬਾਲਾ ਸ੍ਰੀ ਅੰਗਦ ਗੁਰ ਜੀ, ਸੁਣੋ ਕਥਾ ਨਾਸ਼ਕ ਤ੍ਰੈ ਜੁਰ ਕੀ। ਹੁਣ ਭਾਈ ਬਾਲਾ ਜੀ ਜਿੱਥੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦਾ ਪ੍ਰਸੰਗ ਸੁਣਾਉਂਦੇ ਨੇ, ਜੀਵਨ ਦੀ ਕਥਾ ਸੁਣਾਉਂਦੇ ਨੇ, ਤੇ ਸੰਗਤ ਦੇ ਵਿੱਚ ਬਾਬਾ ਬੁੱਢਾ ਜੀ ਵੀ ਵਿਰਾਜਮਾਨ ਨੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਹੋਏ ਨੇ, ਤੇ ਹੋਰ ਵੀ ਸੰਗਤਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਜਿੱਥੇ ਦੀਵਾਨ ਸਜਾਉਂਦੇ ਨੇ ਉੱਥੇ ਵਿਰਾਜਮਾਨ ਹੁੰਦੀਆਂ ਨੇ। ਤੇ ਭਾਈ ਬਾਲਾ ਜੀ ਆਖਦੇ ਨੇ, ਕਹਿ ਬਾਲਾ ਸ੍ਰੀ ਅੰਗਦ ਗੁਰੂ ਜੀ। ਤੇ ਭਾਈ ਬਾਲੇ ਨੇ ਕਿਹਾ, ਹੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਓ, ਸੁਣੋ ਕਥਾ ਨਾਸ਼ਕ ਤ੍ਰੈ ਜੁਰ ਕੀ। ਵੇ ਤੁਸੀਂ ਤਿੰਨਾਂ ਤਾਪਾਂ ਦੇ ਨਾਸ਼ ਕਰਨ ਵਾਲੇ, ਤਾਪਾਂ ਦਾ ਨਾਸ਼ ਕਰਨ ਵਾਲੇ, ਮਨੁੱਖਾਂ ਦੇ ਮਨ ਨੂੰ ਠੰਡਕ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਸੁਣੋ। ਬਹੁਰੋ ਰਿਤ ਪਾਵਸ ਸੁਭ ਆਈ, ਗਗਨ ਬੀਚ ਬਾਦਰ ਦ੍ਰਿਸ਼ਟਾਈ। ਜਿਵੇਂ ਪਿਛਲੇ ਪ੍ਰਸੰਗ ਦੇ ਵਿੱਚ ਕਵੀ ਜੀ ਨੇ ਬਸੰਤ ਰੁੱਤ ਦਾ ਜ਼ਿਕਰ ਵੀ ਕੀਤਾ ਸੀ, ਗਰਮੀ ਦੀ ਰੁੱਤ ਆ ਗਈ, ਗਰਮੀ ਦੀ ਰੁੱਤ ਦਾ ਜ਼ਿਕਰ ਕੀਤਾ। ਗਰਮੀ ਦੀ ਰੁੱਤ ਢਲ ਜਾਣ ਤੋਂ ਬਾਅਦ ਹੁਣ ਕਵੀ ਜੀ ਆਖਦੇ ਨੇ, ਬਹੁਰ ਰੁੱਤ ਪਾਵਸ ਸ਼ੁਭ ਆਈ। ਪਾਵਸ ਦਾ ਭਾਵ ਹੈ ਬਰਸਾਤ, ਤੇ ਕਹਿੰਦੇ ਬਹੁਰ ਦਾ ਭਾਵ ਹੈ ਫਿਰ ਬਾਅਦ ਦੇ ਵਿੱਚ। ਕਹਿੰਦੇ ਬਰਸਾਤ ਦੀ ਰੁੱਤ ਜਿਹੜੀ ਹੈ ਉਹ ਆਰੰਭ ਹੋ ਜਾਂਦੀ ਹੈ, ਬਰਸਾਤ ਦੀ ਸ਼ੁਭ ਰੁੱਤ ਆਉਂਦੀ ਹੈ। ਗਗਨ ਬੀਚ ਬਾਦਰ ਦ੍ਰਿਸ਼ਟਾਈ, ਤੇ ਇਸੇ ਤਰ੍ਹਾਂ ਅਸਮਾਨ ਦੇ ਵਿੱਚ ਜਿਹੜੇ ਬੱਦਲ ਨੇ ਉਹ ਨਜ਼ਰ ਆਉਂਦੇ ਨੇ। ਭਾਗ ਜਗੇ ਪੂਰਬ ਜਗਿਆਸੀ, ਜਿਉ ਤਨ ਧਰਤ ਸੰਤ ਸੁਖ ਰਾਸੀ। ਤੇ ਇਸੇ ਤਰ੍ਹਾਂ ਕਹਿੰਦੇ ਜਗਿਆਸੂ ਭਾਗ ਜਗੇ ਪੂਰਵ ਜਗਿਆਸੂ। ਜਿਹੜੇ ਜਗਿਆਸੂ ਨੇ ਭਾਵ ਗਿਆਨ ਹਾਸਲ ਕਰਨਾ ਚਾਹੁੰਦੇ ਨੇ, ਗਿਆਨ ਹਾਸਲ ਕਰਨ ਦੀ ਇੱਛਾ ਰੱਖਦੇ ਨੇ, ਕਵੀ ਜੀ ਆਖਦੇ ਨੇ ਕਿ ਮਾਨੋ ਉਹਨਾਂ ਦੇ ਪਿਛਲੇ ਭਾਗ ਜਾਗ ਪਏ ਨੇ। ਜਿਉ ਤਨ ਧਰਤ ਸੰਤ ਸੁਖ ਰਾਸੀ, ਕਿ ਜਿਵੇਂ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਸੁੱਖ ਦੇਣ ਦੇ ਵਾਸਤੇ ਇਸ ਦੁਨੀਆ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਆਪ ਅਵਤਾਰ ਧਾਰਨ ਕੀਤਾ ਹੋਵੇ। ਉਹਨਾਂ ਮਹਾਂਪੁਰਖਾਂ ਨੂੰ, ਉਹਨਾਂ ਸੰਤਾਂ ਦਾ ਵੀ ਉਧਾਰ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਆਪ ਇਸ ਧਰਤੀ ਦੇ ਉੱਤੇ ਆਏ ਹੋਣ। ਇਸੇ ਤਰ੍ਹਾਂ ਕਹਿੰਦੇ ਵੀ ਉਹਨਾਂ ਦੇ ਪਿਛਲੇ ਭਾਗ ਜਾਗ ਪਏ ਹੋਣ। ਇੰਜ ਪ੍ਰਤੀਤ ਹੁੰਦਾ ਹੈ, ਚੜੀ ਘਟਾ ਕਾਲੀ ਜਿਵ ਕਾਲੀ, ਪਰਨੋ ਵਜਰ ਵਜਾਵਤ ਤਾਲੀ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਕਾਲੀਆਂ ਘਟਾਵਾਂ ਜਿਹੜੀਆਂ ਨੇ, ਕਾਲੇ ਬੱਦਲ ਛਾਏ ਹੋਏ ਨੇ ਅਸਮਾਨ ਦੇ ਵਿੱਚ, ਇੰਜ ਪ੍ਰਤੀਤ ਹੋ ਰਿਹਾ, ਇੰਜ ਮਹਿਸੂਸ ਹੋ ਰਿਹਾ ਜਿਵੇਂ ਕੋਈ ਕਾਲਕਾ ਦੇਵੀ ਦੇ ਵਾਂਗ ਪ੍ਰਗਟ ਹੋ ਗਿਆ ਹੋਵੇ। ਪਰਨੋ ਵਜਰ ਵਜਾਵਤ ਤਾਲੀ, ਵਜਰ ਦਾ ਭਾਵ ਹੈ ਬਿਜਲੀ। ਤੇ ਕਹਿੰਦੇ ਬਿਜਲੀ ਬੱਦਲਾਂ ਦੇ ਵਿੱਚ ਇੰਜ ਲਿਸ਼ਕਾਰੇ ਮਾਰਦੀ ਹੈ ਵੀ ਜਿਵੇਂ ਕੋਈ ਤਾੜੀ ਵਜਾ ਰਿਹਾ ਹੋਵੇ। ਜਿਵੇਂ ਤਾੜੀ ਦਾ ਖੜਾਕ ਹੁੰਦਾ ਹੈ ਨਾ, ਕੋਈ ਤਾਲੀ ਵਜਾਉਂਦਾ ਹੈ, ਤੇ ਉਸ ਦਾ ਖੜਾਕ ਹੁੰਦਾ ਹੈ ਜਿਹੜੀ ਬੱਦਲਾਂ ਦੇ ਵਿੱਚ ਬਿਜਲੀ ਲਿਸ਼ਕਦੀ ਹੈ। ਇਸੇ ਤਰ੍ਹਾਂ ਉਹ ਵੀ ਇਸੇ ਤਰ੍ਹਾਂ ਖੜਾਕ ਕਰਦੀ ਹੈ। ਸਾਸਨ ਪਾਕ ਸਰਾਸਨ ਜੋ, ਬਾਂਕੀ ਤ੍ਰਿਕੁਟ ਭ੍ਰਿਕੁਟੀ ਲਖਿਅਤ ਸੋ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦਾ ਵੀ ਜ਼ਿਕਰ ਕਰਦੇ ਨੇ।
ਕਿਉਂਕਿ ਪਿਛਲੇ ਪ੍ਰਸੰਗ ਦੀ ਸਮਾਪਤੀ ਦੇ ਵਿੱਚ ਕਵੀ ਜੀ ਨੇ ਜ਼ਿਕਰ ਕੀਤਾ ਸੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਮਰ ਦੇ ਵਿੱਚ ਹੁਣ ਸਰੀਰ ਦੇ ਰੂਪ ਦੇ ਵਿੱਚ ਵਡੇਰੇ ਹੋ ਰਹੇ ਨੇ। ਤੇ ਫਿਰ ਉੱਥੇ ਜ਼ਿਕਰ ਕਰਦੇ ਨੇ ਸਾਸਨ ਪਾਕ ਸਰਾਸਨ ਜੋ ਬਾਂਕੀ ਪ੍ਰਗਟੀ ਲਖਿਅਤ ਜੋ, ਕਿ ਜਿਵੇਂ ਜਿਹਨੇ ਉਹਨਾਂ ਨੇ ਕਹਿੰਦੇ ਪ੍ਰਵੱਟੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਅੱਖਾਂ ਦੇ ਉੱਤੇ ਪ੍ਰਵੱਟੇ ਨੇ, ਇੰਜ ਨਜ਼ਰ ਆਉਂਦੇ ਨੇ ਜਿਵੇਂ ਇੰਦਰ ਦਾ ਧਨੁੱਖ ਹੋਵੇ। ਜਿਵੇਂ ਇੰਦਰ ਦਾ ਧਨੁੱਖ ਦਾ ਦ੍ਰਿਸ਼ ਹੈ ਨਾ, ਇਸੇ ਤਰ੍ਹਾਂ ਉਹਨਾਂ ਦੇ ਕਹਿੰਦੇ ਪ੍ਰਵੱਟੇ ਸ਼ੋਭਨੀਕ ਨੇ। ਅਤ ਕਰ ਕਣਜੈ ਕੀ ਕਲਕਾਰੀ, ਡਰਤ ਅਸੁਰ ਸੇ ਮੇਚਕ ਬਿਆਰੀ। ਤੇ ਇਸੇ ਤਰ੍ਹਾਂ ਕਹਿੰਦੇ ਬੱਦਲ ਵੀ ਇੰਜ ਗੱਜਦੇ ਨੇ, ਤੇ ਜਿਵੇਂ ਕੋਈ ਰੋਲਾ ਪਾ ਰਿਹਾ ਹੋਵੇ, ਜਿਵੇਂ ਕੋਈ ਚੀਕਾਂ ਮਾਰ ਰਿਹਾ ਹੋਵੇ। ਅਤ ਕਰਕਣ ਜਹ ਕੀ ਕਲਕਾਰੀ, ਜਿਵੇਂ ਕੋਈ ਕਲਕਾਰੀਆਂ ਲੈਂਦਾ ਹੋਵੇ। ਤੇ ਇਸੇ ਤਰ੍ਹਾਂ ਕਹਿੰਦੇ ਡਰਤ ਅਸੁਰ ਸੇ ਮੇਚਕ ਬਿਆਰੀ। ਅਸੁਰ ਦਾ ਭਾਵ ਹੁੰਦਾ ਹੈ ਦੈਂਤ, ਮੇਚਕ ਦਾ ਭਾਵ ਹੈ ਸੱਪ। ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਉਹ ਸੱਪ ਤੇ ਦੈਂਤ ਡਰ ਜਾਂਦੇ ਨੇ ਨਾ, ਇਸੇ ਤਰ੍ਹਾਂ ਉਹ ਖੜਾਕ ਸੁਣ ਕੇ ਬੱਦਲ ਗਰਜਦੇ ਨੇ, ਉਹਨਾਂ ਦੀ ਆਵਾਜ਼ ਸੁਣ ਕੇ ਸਾਰੇ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ। ਹੋਤ ਭੋਖ ਜੇ ਗਰਜ ਸੁਹਾਵਤ, ਅਮਰ ਮਯੂਰ ਹਰਖ ਉਪਜਾਵਤ। ਇਸੇ ਤਰ੍ਹਾਂ ਕਹਿੰਦੇ ਜਿਵੇਂ ਦੇਵਤੇ ਅਤੇ ਮੋਰਾਂ ਨੂੰ ਗਰਜ ਦੀ ਧੁਨ ਚੰਗੀ ਲੱਗਦੀ ਹੈ, ਭਾਵ ਮੋਰ ਵੀ ਜਿਵੇਂ ਬੱਦਲ ਦੇ ਕੇ ਪਹਿਲਾ ਪਾਉਂਦੇ ਨੇ, ਇਸੇ ਤਰ੍ਹਾਂ ਜਿਹੜੇ ਦੇਵਤੇ ਨੇ ਉਹ ਵੀ ਖੁਸ਼ ਹੁੰਦੇ ਨੇ, ਉਹ ਵੀ ਖੁਸ਼ੀ ਮਹਿਸੂਸ ਕਰਦੇ ਨੇ ਇਹ ਕਾਲੀਆਂ ਘਟਾਵਾਂ ਨੂੰ ਦੇਖ ਕੇ। ਇਹਨਾਂ ਦੇ ਜੀਵਨ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਜਿਵੇਂ ਸੱਪ ਅਤੇ ਦੈਂਤ ਕਾਲੇ ਬੱਦਲਾਂ ਨੂੰ ਦੇਖ ਕੇ, ਬੱਦਲਾਂ ਦੀ ਆਵਾਜ਼ ਦੇਖ ਕੇ ਡਰਦੇ ਨੇ, ਤੇ ਦੂਜੇ ਪਾਸੇ ਕਹਿੰਦੇ ਵੀ ਸੋਹਣੇ ਮੋਰ ਤੇ ਦੇਵਤਿਆਂ ਨੂੰ ਇਹ ਗਰਜ ਦੀ ਧੁਨ ਬਹੁਤ ਸੁਹਾਵਣੀ ਲੱਗਦੀ ਹੈ, ਬਹੁਤ ਚੰਗੀ ਲੱਗਦੀ ਹੈ। ਜਦੋਂ ਬੱਦਲ ਗੱਜਦਾ ਹੈ ਨਾ, ਉਹ ਬਹੁਤ ਖੁਸ਼ੀ ਮਨਾਉਂਦੇ ਨੇ ਤੇ ਆਵਾਜ਼ ਸੁਣ ਕੇ ਬਹੁਤ ਪ੍ਰਸੰਨ ਹੁੰਦੇ ਨੇ। ਚੰਚਲ ਜੋ ਚੰਚਲਾ ਚਮਕਾਵਤ, ਪਾਨ ਕਿਰਪਾਨੇ ਲੈਨ ਚਾਵਤ। ਇਸੇ ਤਰ੍ਹਾਂ ਕਹਿੰਦੇ ਜਿਹੜੀ ਬਿਜਲੀ ਹੈ ਉਹ ਚੰਚਲਤਾਈਆਂ ਕਰਦੀ ਹੈ। ਚੰਚਲ ਬਿਜਲੀ ਕਹਿੰਦੇ ਇਸ ਤਰ੍ਹਾਂ ਚਮਕਦੀ ਹੈ ਜਿਵੇਂ ਕੋਈ ਹੱਥ ਦੇ ਵਿੱਚ ਕਿਰਪਾਨ ਲੈ ਕੇ, ਹੱਥ ਦੇ ਵਿੱਚ ਤਲਵਾਰ ਲੈ ਕੇ ਕਹਿੰਦੇ ਕੋਈ ਨੱਚਦਾ ਹੋਵੇ, ਤੇ ਉਹ ਤਲਵਾਰ ਦੇ ਜ਼ੋਰ ਦਿਖਾਉਂਦਾ ਹੋਵੇ, ਜਿਵੇਂ ਤਲਵਾਰ ਲਿਸ਼ਕਾਰੇ ਮਾਰਦੀ ਹੋਵੇ ਨਾ, ਇਸੇ ਤਰ੍ਹਾਂ ਕਹਿੰਦੇ ਬੱਦਲਾਂ ਦੇ ਵਿੱਚ ਬਿਜਲੀ ਲਸ਼ਕਦੀ ਹੈ। ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਕੋਈ ਚੰਗਾ ਖਿਡਾਰੀ, ਚੰਗਾ ਗਿਆਨ ਰੱਖਣ ਵਾਲਾ, ਤਲਵਾਰ ਚਲਾਉਣ ਵਾਲਾ, ਉਹ ਤਲਵਾਰ ਚਲਾ ਰਿਹਾ ਹੋਵੇ। ਦੰਤ ਪੰਕਤੀ ਸ਼ੁਭਤ ਬਲਾਕਾ, ਸ਼ਾਮ ਸਰੂਪ ਬਣਿਓ ਅਸਤਾਂਕਾ। ਤੇ ਇਸੇ ਤਰ੍ਹਾਂ ਕਹਿੰਦੇ ਦੰਤ ਪੰਕਤੀ ਸ਼ੁਭਤ ਬਲਾਕਾ, ਤੇ ਉੱਡਦੇ ਜਿਹੜੇ ਅਸਮਾਨ ਦੇ ਵਿੱਚ ਬੰਗਲੇ ਉੱਡਦੇ ਨੇ, ਕਹਿੰਦੇ ਬੰਗਲਿਆਂ ਨੇ ਕਤਾਰਾਂ ਬਣਾਈਆਂ ਹੋਈਆਂ। ਆਮ ਤੌਰ ਦੇ ਉੱਤੇ ਅਸੀਂ ਬੱਦਲਾਂ ਦੇ ਵਿੱਚ ਵੀ ਦੇਖਦੇ ਹਾਂ ਕਈ ਵਾਰ, ਜਿਨ੍ਹਾਂ ਇਲਾਕਿਆਂ ਦੇ ਵਿੱਚ ਬੰਗਲਿਆਂ ਦੀ ਜਿਹੜੀ ਅੰਸ਼ ਹੈ, ਉਹ ਜਦੋਂ ਕਿਤੇ ਅਸਮਾਨ ਦੇ ਵਿੱਚ ਉਡਾਰੀਆਂ ਮਾਰਦੇ ਨੇ ਨਾ, ਤਾਂ ਇੱਕ ਕਤਾਰ ਦੇ ਵਿੱਚ ਚੱਲਦੇ ਨੇ, ਇੱਕ ਲਾਈਨ ਬਣਾ ਕੇ ਚੱਲਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਉੱਡਦੇ ਬੰਗਲਿਆਂ ਦੀ ਕਤਾਰ ਵੀ ਉਹਨਾਂ ਕਾਲੇ ਬੱਦਲਾਂ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ, ਬਹੁਤ ਸ਼ੋਭਨੀਕ ਹੈ। ਸ਼ਿਆਮ ਸਰੂਪ ਬਣਿਓ ਅਸਤਾਂਕਾ, ਤੇ ਉਸ ਦਾ ਕਾਲਾ ਸਰੂਪ ਇਸ ਤਰ੍ਹਾਂ ਬਣਿਆ ਹੋਇਆ ਹੈ। ਮਿਲਦਾ ਦੁਰਬੋ ਸ਼ਬਦ ਪੁਕਾਰਾ, ਮਨੋ ਪਟਤ ਬਾਲਕ ਚਟ ਸਾਰਾ। ਦਾਦਰ ਦਾ ਭਾਵ ਹੁੰਦਾ ਡੱਡੂ। ਕਹਿੰਦੇ ਇਸ ਬਰਸਾਤ ਦੀ ਰੁੱਤ ਦੇ ਵਿੱਚ, ਇਸ ਰੁੱਤ ਦੇ ਵਿੱਚ ਕਹਿੰਦੇ ਡੱਡੂ ਵੀ ਆਪਣੀਆਂ ਆਵਾਜ਼ਾਂ ਗਾਉਂਦੇ ਨੇ, ਆਪਣੀਆਂ ਆਵਾਜ਼ਾਂ ਕੱਢਦੇ ਨੇ ਤਰ੍ਹਾਂ ਤਰ੍ਹਾਂ ਦੀਆਂ। ਤੇ ਇਸੇ ਤਰ੍ਹਾਂ ਕਹਿੰਦੇ ਇੰਜ ਪੈਤੂਤ ਹੋ ਰਿਹਾ, ਇੰਜ ਮਹਿਸੂਸ ਹੋ ਰਿਹਾ ਜਿਵੇਂ ਇੱਕ ਪਾਠਸ਼ਾਲਾ ਦੇ ਵਿੱਚ, ਜਿਵੇਂ ਇੱਕ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਇਕੱਠੇ ਹੋ ਕੇ ਪੜ੍ਹਾਈ ਕਰ ਰਹੇ ਹੋਣ, ਉੱਚੀ ਉੱਚੀ ਬੋਲ ਕੇ ਪੜ੍ਹਾਈ ਕਰਦੇ ਹੋਣ। ਇਵੇਂ ਕਹਿੰਦੇ ਉਹਨਾਂ ਡੱਡੂਆਂ ਦੀ ਆਵਾਜ਼ ਵੀ ਇੰਜ ਮਹਿਸੂਸ ਹੋ ਰਹੀ ਹੈ। ਜਰਤੇ ਜਰਗਿਓ ਜਹੂਜ ਵਾਸਾ, ਜਿਉ ਹਰ ਭਜਨ ਹੋਤ ਅਗਨਾਸਾ। ਇਸੇ ਤਰ੍ਹਾਂ ਫਿਰ ਕਵੀ ਜੀ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਉਸੇ ਸਮਾਜ ਦੇ ਵਿੱਚ ਵਿਚਰਦੇ ਨੇ, ਉਸੇ ਸਮਾਜ ਦੇ ਵਿੱਚ ਵਿਚਰਦੇ ਨੇ, ਮੌਸਮ ਦਾ ਆਨੰਦ ਮਾਣਦੇ ਨੇ। ਫਿਰ ਕਵੀ ਜੀ ਇੱਕ ਉਦਾਹਰਨ ਵੀ ਵਰਤਦੇ ਨੇ, ਤੇ ਵਰਖਾ ਕਹਿੰਦੇ ਵਰਖਾ ਦੇ ਮੌਸਮ ਦੇ ਵਿੱਚ, ਬਰਸਾਤ ਦੇ ਮੌਸਮ ਦੇ ਵਿੱਚ ਜਿਵੇਂ ਜਵਾਹਾ ਇੱਕ ਘਾਹ ਦੀ ਨਸਲ ਹੈ, ਤੇ ਜਿਵੇਂ ਕਈ ਰੁੱਖ ਪੌਦੇ ਫਸਲਾਂ ਬਰਸਾਤ ਪੈਣ ਦੇ ਨਾਲ ਹਰੀਆਂ ਭਰੀਆਂ ਹੁੰਦੀਆਂ ਨੇ, ਉਵੇਂ ਇੱਕ ਜਵਾਹਾ ਜਿਹੜੀ ਘਾਹ ਦੀ ਨਸਲ ਹੈ, ਜਿਹੜਾ ਗਰਮੀ ਦੇ ਵਿੱਚ ਹੁੰਦਾ ਹੈ, ਤੇ ਜਦੋਂ ਵਰਖਾ ਪੈਂਦੀ ਹੈ ਨਾ, ਉਸ ਦੇ ਉੱਤੇ ਬਰਸਾਤ ਪੈਂਦੀ ਹੈ ਤੇ ਉਹ ਵੀ ਸੜ ਜਾਂਦਾ ਹੈ। ਤੇ ਇਸੇ ਤਰ੍ਹਾਂ
ਕਈ ਇਹੋ ਜਿਹੇ ਵੀ ਮਨੁੱਖ ਨੇ ਜਿਨ੍ਹਾਂ ਦੇ ਉੱਤੇ ਗਿਆਨ ਰੂਪੀ ਵਰਖਾ ਹੁੰਦੀ ਹੈ, ਗਿਆਨ ਦੀ ਬਰਸਾਤ ਹੁੰਦੀ ਹੈ, ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਇਸ ਘਾਹ ਦੇ ਵਾਂਗ ਜਿਹੜੇ ਵਿਕਾਰ ਨੇ, ਭੈੜੀ ਮੱਤ ਹੈ, ਜਿਹੜੇ ਮਨ ਦੀ ਤਪਸ਼ ਹੈ, ਵਿਕਾਰਾਂ ਦੀ ਤਪਸ਼ ਹੈ, ਉਹ ਕਹਿੰਦੇ ਇਸੇ ਤਰ੍ਹਾਂ ਸੜ ਗਈ ਹੈ। ਇਸੇ ਤਰ੍ਹਾਂ ਉਸ ਦੇ ਉੱਤੇ ਗਿਆਨ ਰੂਪੀ ਵਰਖਾ ਦਾ ਵੀ ਅਸਰ ਹੋ ਰਿਹਾ ਹੈ। ਮਿਲ ਸਰਤਾ ਸੋ ਜੇ ਲਗੁਨਾਲਾ, ਸਿੰਧ ਸਰੂਪ ਪਏ ਤਿਹ ਕਾਲਾ। ਕਹਿੰਦੇ ਬਰਸਾਤ ਹੋਣ ਦੇ ਕਾਰਨ ਜਿਹੜੇ ਛੋਟੇ ਛੋਟੇ ਨਾਲੇ ਨੇ, ਛੋਟੀਆਂ ਛੋਟੀਆਂ ਨਦੀਆਂ ਨੇ, ਉਹਨਾਂ ਦੇ ਵਿੱਚ ਵੀ ਕਹਿੰਦੇ ਜਿਹੜਾ ਹੈ ਪਾਣੀ ਭਰਿਆ ਪਿਆ ਹੈ। ਪਾਣੀ ਭਰ ਜਾਣ ਦੇ ਕਾਰਨ ਉਹ ਛੋਟੇ ਨਾਲੇ, ਛੋਟੇ ਨਦੀਆਂ ਕਿਸੇ ਵੱਡੇ ਸਮੁੰਦਰ ਦਾ ਰੂਪ ਧਾਰਨ ਕਰ ਲਿਆ ਉਹਨਾਂ ਨੇ। ਇੰਝ ਪ੍ਰਤੀਤ ਹੋ ਰਿਹਾ ਕਿਵੇਂ ਪਾਣੀ ਦਾ ਕੋਈ ਵੱਡਾ ਸੋਮਾ ਹੋਵੇ, ਕੋਈ ਝੀਲ ਹੋਵੇ, ਕੋਈ ਸਮੁੰਦਰ ਹੋਵੇ। ਦੇਖਣ ਨੂੰ ਇੰਝ ਪ੍ਰਤੀਤ ਹੋ ਰਿਹਾ ਉਹ ਨਦੀਆਂ ਨਾਲੇ ਵੀ ਪਾਣੀ ਦੇ ਨਾਲ ਨਕਾ ਨਕ ਭਰੇ ਪਏ ਨੇ। ਬ੍ਰਹਮ ਗਿਆਨ ਪੇ ਜੈਸ ਮੁਮੁਖੁ, ਬ੍ਰਹਮ ਰੂਪ ਹੋਵਤ ਬਿਨ ਦੁਖੋ। ਤੇ ਇਸੇ ਤਰ੍ਹਾਂ ਕਹਿੰਦੇ ਬ੍ਰਹਮ ਦਾ ਗਿਆਨ ਹੋਣ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕਵੀ ਜੀ ਉਸ ਮੌਸਮ ਦਾ ਜ਼ਿਕਰ ਕਰਦੇ ਕਰਦੇ ਨਾਲ ਨਾਲ ਜਿਹੜੇ ਉਸ ਪਰਮਾਤਮਾ ਦੀ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਦੇ ਗੁਣਾਂ ਦਾ ਵੀ ਵਰਣਨ ਕਰਦੇ ਨੇ। ਕਹਿੰਦੇ ਜਿਨ੍ਹਾਂ ਨੂੰ ਮੰਨ ਲਓ ਬ੍ਰਹਮ ਦਾ ਗਿਆਨ ਹੋ ਜਾਵੇ, ਤੇ ਬ੍ਰਹਮ ਦਾ ਗਿਆਨ ਹੋ ਜਾਣ ਦੇ ਨਾਲ ਤੇ ਜਿਹੜੇ ਮੁਕਤੀ ਦੀ ਇੱਛਾ ਰੱਖਦੇ ਨੇ, ਬ੍ਰਹਮ ਗਿਆਨ ਪੇ ਜੈਸ ਮੁਮੁਖੁ, ਬ੍ਰਹਮ ਰੂਪ ਹੋਵਤ ਬਿਨ ਦੁਖੁ। ਤੇ ਇਸੇ ਤਰ੍ਹਾਂ ਕਿਸੇ ਦੁੱਖ ਤੋਂ ਬਗੈਰ ਜੀਵਨ ਦੇ ਵਿੱਚ ਦੁੱਖ ਨਹੀਂ ਰਹਿੰਦਾ। ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਫਿਰ ਉਹਨਾਂ ਦੇ ਜੀਵਨ ਦੇ ਵਿੱਚ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ, ਦੁੱਖਾਂ ਦਾ ਛੁਟਕਾਰਾ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਉਹ ਮੁਕਤੀ ਦੀ ਇੱਛਾ ਰੱਖਦੇ ਨੇ ਵੀ ਅਸੀਂ ਮੁਕਤੀ ਦਾ ਰਾਹ ਵੱਲ ਪਵਾਂਗੇ। ਤੇ ਇਸੇ ਤਰ੍ਹਾਂ ਕਹਿੰਦੇ ਕਵੀ ਜੀ ਆਖਦੇ ਨੇ ਕਿ ਉਹਨਾਂ ਦਾ ਜੀਵਨ ਇਹੋ ਜਿਹਾ ਬਣ ਜਾਂਦਾ ਹੈ, ਜੀਵਨ ਦਾ ਕਿਰਦਾਰ ਇਹੋ ਜਿਹਾ ਬਣ ਜਾਂਦਾ ਹੈ ਕਿ ਪਰਮਾਤਮਾ ਦੀ ਭਗਤੀ ਕਰਦੇ ਕਰਦੇ ਉਹ ਪਰਮਾਤਮਾ ਦਾ ਸਰੂਪ ਹੋ ਕੇ ਵਿਚਰਦੇ ਨੇ। ਤਜ ਮਰਿਆਦ ਉਸਰੇ ਲਗ ਤਾਲਾ, ਜਿਉ ਸ਼੍ਰੀਮੰਦ ਤੇ ਨੀਚ ਕੋ ਚਾਲਾ। ਤੇ ਕਹਿੰਦੇ ਜਿਹੜੇ ਛੋਟੇ ਤਲਾਬ ਨੇ, ਤੇ ਇਸੇ ਤਰ੍ਹਾਂ ਕਹਿੰਦੇ ਉਹ ਤਲਾਬਾਂ ਦੇ ਵਿੱਚ ਵੀ ਪਾਣੀ ਭਰ ਗਿਆ ਹੈ। ਪਾਣੀ ਭਰਨ ਦੇ ਨਾਲ ਉਹ ਵੀ ਪਾਣੀ ਉਸ ਦੇ ਵਿੱਚੋਂ ਟੱਪ ਕੇ ਬਾਹਰ ਆ ਗਿਆ। ਜਿਉ ਸ਼੍ਰੀਮੰਦ ਤੇ ਨੀਚ ਕੋ ਚਾਲਾ। ਤੇ ਜਿਵੇਂ ਕਹਿੰਦੇ ਮਾਇਆ ਦਾ ਹੰਕਾਰ ਕਰਨ ਵਾਲੇ ਮਨੁੱਖ, ਜਿਨ੍ਹਾਂ ਦੇ ਵਿੱਚ ਮਾਇਆ ਦਾ ਹੰਕਾਰ ਹੈ, ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਉਹ ਤਲਾਬ ਦੇ ਵਿੱਚੋਂ ਪਾਣੀ ਬਾਹਰ ਨਿਕਲ ਕੇ ਹੱਦ ਬੰਨੇ ਟੱਪ ਕੇ ਕਿਸੇ ਵੀ ਪਾਸੇ ਨੂੰ ਜਾ ਰਿਹਾ, ਤੇ ਇਸੇ ਤਰ੍ਹਾਂ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਹੰਕਾਰ ਵੱਧ ਹੋ ਜਾਂਦਾ ਹੈ। ਹੰਕਾਰ ਦੇ ਵਸ ਪੈ ਜਾਣ ਦੇ ਕਾਰਨ ਉਹ ਵੀ ਆਪਣਾ ਜੀਵਨ ਇਸੇ ਤਰ੍ਹਾਂ ਜਿਹੜਾ ਕੁਦਰਤ ਦਾ ਨਿਯਮ ਹੈ ਉਸ ਨੂੰ ਤੋੜ ਕੇ ਆਪਣਾ ਜੀਵਨ ਨਿਰਵਾਹ ਕਰਨਾ ਚਾਹੁੰਦੇ ਨੇ, ਤੇ ਜ਼ਿੰਦਗੀ ਦੇ ਵਿੱਚ ਖੱਜਲ ਹੁੰਦੇ ਨੇ। ਉੱਡਤ ਧੂਰ ਜੋ ਸਗਲ ਬਿਲਾਨੀ, ਜੋ ਸਤਿਗੁਰ ਮਿਲ ਕੁਮਤ ਨਸਾਨੀ। ਤੇ ਜਿਹੜੀ ਕਹਿੰਦੇ ਧੂੜ ਉੱਡਦੀ ਸੀ ਗਰਮੀ ਦੇ ਵਿੱਚ, ਜਿਹੜੇ ਵਾਵਰੋਲੇ ਆਏ ਹੋਏ ਸਨ, ਵਾਵਰੋਲਿਆਂ ਦੇ ਨਾਲ ਉਹ ਮਿੱਟੀ ਘੱਟਾ ਵੀ ਹਵਾ ਦੇ ਵਿੱਚ ਰਲ ਗਿਆ ਸੀ। ਤੇ ਇਸੇ ਨਾਲ ਕਹਿੰਦੇ ਜਿਹੜੀ ਉੱਡਦੀ ਧੂੜ ਸੀ ਤੇ ਮੀਂਹ ਪੈਣ ਦੇ ਨਾਲ ਉਹ ਵੀ ਇੰਜ ਛੁਪ ਗਈ ਹੈ। ਜਿਵੇਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਨ ਦੇ ਨਾਲ, ਉਹਨਾਂ ਦਾ ਸੰਗ ਕਰਨ ਦੇ ਨਾਲ ਮਨੁੱਖਾਂ ਦੇ ਜੀਵਨ ਦੇ ਵਿੱਚ ਖੋਟੀ ਮੱਤ ਜਿਹੜੀ ਹੈ, ਗੰਦੀ ਮੱਤ ਜਿਹੜੀ ਹੈ, ਭੈੜੀ ਮੱਤ ਜਿਹੜੀ ਹੈ ਉਹ ਦੂਰ ਹੋ ਜਾਵੇ। ਪੰਥੀ ਚਲਤ ਧਾਮ ਵਿਸਰਾਮੇ, ਜਿਉ ਮਨ ਥਿਰ ਸਿਮਰਤ ਹਰ ਨਾਮੇ। ਪੰਥੀ ਦਾ ਭਾਵ ਹੁੰਦਾ ਹੈ ਰਾਹੀ, ਜਿਹੜੇ ਰਾਹਗਰ ਹੁੰਦੇ ਨੇ। ਤੇ ਰਾਹੀ ਵੀ ਕਹਿੰਦੇ ਆਪਣੇ ਘਰਾਂ 'ਚ ਜਾ ਕੇ ਇੰਜ ਟਿਕੇ ਨੇ, ਇੰਜ ਆਨੰਦ ਪਾਉਂਦੇ ਨੇ। ਤੇ ਜਿਵੇਂ ਕਿਸੇ ਗੁਰਮੁਖ ਪਿਆਰੇ ਦੇ ਮਨ ਦੇ ਵਿੱਚ ਹਰੀ ਪ੍ਰਮਾਤਮਾ ਦਾ ਨਾਮ ਟਿਕਦਾ ਹੈ, ਤੇ ਪ੍ਰਮਾਤਮਾ ਦਾ ਨਾਮ ਮਨ ਦੇ ਵਿੱਚ ਟਿਕ ਜਾਣ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਵੀ ਟਿਕਾ ਆਉਂਦਾ ਹੈ, ਮਨ ਕਰਕੇ ਵੀ ਆਨੰਦ ਮਾਣਦੇ ਨੇ। ਇਸੇ ਤਰ੍ਹਾਂ ਉਹ ਕਹਿੰਦੇ ਮਨੁੱਖ ਵੀ, ਰਾਹਗੀਰ ਵੀ ਸਰੀਰਕ ਤੌਰ ਦੇ ਉੱਤੇ ਸੁੱਖ ਭੋਗਦੇ ਨੇ। ਬਚਨ ਕਹਿਤ ਸੁਤ ਤੂ ਪਾਸਿਆਨਾ, ਅਬ ਨਾ ਕਰਤ ਗੋ ਸੰਗ ਬਨ ਜਾਨਾ। ਇਸੇ ਤਰ੍ਹਾਂ ਕਹਿੰਦੇ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਪਿਆਰ ਕੀਤਾ, ਤੇ ਪੁੱਤਰ ਨੂੰ ਪਿਆਰ ਲਾਡ ਕਰਦਿਆਂ ਹੋਇਆ ਆਖਦੇ ਨੇ ਵੀ ਹੇ ਮੇਰੇ ਪੁੱਤਰ ਜੀ, ਤੁਸੀਂ ਹੁਣ ਵੱਡੇ ਹੋ ਗਏ ਹੋ, ਤੁਸੀਂ ਸਿਆਣੇ ਹੋ ਗਏ ਹੋ, ਅਬ ਨਾ ਕਰਤ ਗੋਸੰਗ ਬਣ ਜਾਣਾ। ਤੇ ਇਸੇ ਕਰਕੇ ਹੁਣ ਤੁਹਾਨੂੰ ਮੈਂ ਗਾਊਆਂ ਮੱਝਾਂ ਦੇ ਨਾਲ,
ਗਾਵਾਂ ਮੱਝਾਂ ਦੇ ਨਾਲ ਜੰਗਲ ਵਿੱਚ ਨਹੀਂ ਜਾਣ ਦਿਆ ਕਰਾਂਗਾ। ਤੁਸੀਂ ਉਹਨਾਂ ਦੇ ਨਾਲ ਨਾ ਜਾਇਆ ਕਰੋ, ਕਿਉਂਕਿ ਤੁਸੀਂ ਉਹਨੂੰ ਵੱਡੇ ਹੋ ਗਏ ਹੋ। ਉਬੈ ਬ੍ਰਿਖਪ ਨਿਜ ਔਸ਼ਕ ਮਾਹੀ, ਲਿਹੋ ਨਿਕਾਸ ਤੁਰਨ ਜੋ ਆਹੀ। ਤੇ ਫਿਰ ਹੁਣ ਪਾਤਸ਼ਾਹ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਜਿਹੜੇ ਸਾਡੀ ਨਿੱਜ ਦੀ ਖੇਤੀ ਹੈ ਨਾ, ਜਿਹੜੇ ਸਾਡੇ ਆਪਣੇ ਖੇਤ ਨੇ, ਕਹਿੰਦੇ ਤੁਸੀਂ ਉਹਨਾਂ ਦੇ ਵਿੱਚ ਹੁਣ ਖੇਤੀ ਕਰਨ ਵਾਸਤੇ ਜਿਹੜੇ ਸਾਡੇ ਘਰ ਦੇ ਵਿੱਚ ਚੰਗੇ ਬੈਲ ਨੇ, ਜਿਹੜੇ ਚੰਗੇ ਬਲਦ ਨੇ, ਉਹਨਾਂ ਦਾ ਤੁਸੀਂ ਆਸਰਾ ਲਿਆ ਕਰੋ ਤੇ ਉਹਨਾਂ ਦੇ ਨਾਲ ਤੁਸੀਂ ਖੇਤੀ ਦੇ ਕਾਰਜ ਆਰੰਭ ਕਰੋ। ਲਾਗੁਲ ਸੰਗ ਬਹੁ ਹਰਿ ਕਾਮਾ, ਬੀਜ ਸੋ ਲਹਿ ਸਭਾ ਮਨ ਧਾਮਾ। ਤੇ ਕਹਿੰਦੇ ਜਿਹੜਾ ਆਪਣੇ ਘਰ ਦੇ ਵਿੱਚ ਕਾਮਾ ਹੈ, ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਨੌਕਰ ਲਿਆ ਹੋਇਆ ਨਾ, ਤੇ ਇਸੇ ਕਰਕੇ ਉਸ ਨੌਕਰ ਨੂੰ ਤੁਸੀਂ ਆਪਣੇ ਨਾਲ ਲੈ ਜਾਓ। ਨੌਕਰ ਨੂੰ ਲੈ ਜਾਵੋ ਤੇ ਖੇਤ ਦੇ ਵਿੱਚ ਕਹਿੰਦੇ ਚੰਗੀ ਤਰ੍ਹਾਂ ਹਲ ਵਾਓ, ਹਲ ਵੀ ਨਾਲ ਲੈ ਜਾਓ। ਇਸ ਨੌਕਰ ਦੇ ਨਾਲ ਖੇਤ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਹਲ ਨੂੰ ਵਾਓ। ਬੀਜ ਸੋ ਲੈਓ ਸਵਾ ਮਨ ਧਾਮਾ, ਤੇ ਉਸ ਖੇਤ ਦੇ ਵਿੱਚੋਂ ਘਰੋਂ ਤੁਸੀਂ ਸਵਾ ਮਣ ਬੀਜ ਲੈ ਜਾਓ ਉਸ ਖੇਤ ਦੇ ਵਿੱਚ ਬੀਜਣ ਦੇ ਵਾਸਤੇ। ਜਾਏ ਰਹੀਏ ਖੇਤ ਨਿਰਾਲਾ, ਕਰੋ ਨੀਰ ਸੋਤੇ ਪ੍ਰਤਪਾਲਾ। ਤੇ ਇਸੇ ਤਰ੍ਹਾਂ ਕਹਿੰਦੇ ਖੇਤ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਹਲ ਵਾਹ ਕੇ, ਹਲ ਨੂੰ ਚੰਗੀ ਤਰ੍ਹਾਂ ਵਾਹ ਕੇ ਜਦੋਂ ਖੇਤ ਦੀ ਤਿਆਰੀ ਹੋ ਜਾਵੇ, ਉਹ ਜਿਹੜਾ ਸਵਾ ਮਣ ਤੁਸੀਂ ਬੀਜ ਲੈ ਕੇ ਜਾ ਰਹੇ ਹੋ ਨਾ, ਉਸ ਬੀਜ ਨੂੰ ਵੀ ਚੰਗੇ ਤਰੀਕੇ ਦੇ ਨਾਲ ਬੀਜ ਦਵੋ। ਮ੍ਰਿਗ ਪਸ਼ੂ ਅਨਕੇ ਹੋਏ ਰਖਬਾਰੇ, ਕ੍ਰਿਖ ਪਕਾਏ ਕੀ ਜੈ ਖਲਬਾਰੇ। ਤੇ ਕਹਿੰਦੇ ਜਿਹੜੇ ਮ੍ਰਿਗ ਨੇ ਜਾਂ ਹੋਰ ਜਿੰਨੇ ਵੀ ਪਸ਼ੂ ਨੇ, ਤੇ ਉਹਨਾਂ ਤੋਂ ਕਹਿੰਦੇ ਖੇਤ ਦੀ ਰਖਵਾਲੀ ਕਰਨੀ ਪਊਗੀ ਭਾਈ। ਕੱਲਾ ਇਹ ਨਹੀਂ ਹੁੰਦਾ ਵੀ ਖੇਤ ਦੇ ਵਿੱਚ ਬੀਜ ਦਾ ਛਿੱਟਾ ਦੇਤਾ ਤੇ ਉਸ ਨੂੰ ਪਾਣੀ ਲਗਾ ਦਿੱਤਾ ਤੇ ਬਸ ਇੰਨੇ ਦੇ ਨਾਲ ਸਾਨੂੰ ਫਸਲ ਦੀ ਪ੍ਰਾਪਤੀ ਹੋ ਜਾਵੇਗੀ। ਤੇ ਫਿਰ ਮਹਿਤਾ ਕਾਲੂ ਜੀ ਆਖਦੇ ਨੇ ਵੀ ਹੇ ਮੇਰੇ ਪਿਆਰੇ ਤੇ ਸਿਆਣੇ ਪੁੱਤਰ, ਉਸ ਖੇਤ ਦੀ ਚੰਗੀ ਤਰ੍ਹਾਂ ਰਾਖੀ ਵੀ ਕਰਨੀ ਪਊਗੀ, ਗਾਵਾਂ ਮੱਝਾਂ ਪਸ਼ੂਆਂ ਤੋਂ ਵੀ ਬਚਾਉਣਾ ਪਵੇਗਾ। ਤੇ ਫਿਰ ਆਖਦੇ ਨੇ ਇਸੇ ਤਰ੍ਹਾਂ ਵੀ ਜਿਹੜਾ ਉਸ ਖੇਤ ਦੇ ਵਿੱਚ ਤੁਸੀਂ ਬੀਜ ਬੀਜਿਆ ਨਾ, ਖੇਤੀ ਪਕਾ ਕੇ ਕ੍ਰਿਖ ਪਕਾਏ ਕੀਜੈ ਖਲਵਾਰੇ, ਤੇ ਉਸ ਦੇ ਆਲੇ ਦੁਆਲੇ ਤੁਸੀਂ ਬਾੜ ਲਗਾਉਣੀ ਹੈ ਤੇ ਉਸ ਖੇਤੀ ਦੇ ਜਿਹੜੀ ਬੀਜ ਬੀਜਿਆ ਹੈ ਉਹਦੀ ਸਾਂਭ ਸੰਭਾਲ ਵੀ ਕਰਨੀ ਹੈ, ਪਸ਼ੂਆਂ ਤੋਂ ਵੀ ਰਾਖੀ ਕਰਨੀ ਹੈ। ਜੇ ਅਨ ਬਹੁ ਇੱਕ ਬਾਰੀ, ਰੱਖ ਦੇਵੋ ਕਾਮੇ ਦੁਇ ਚਾਰੀ। ਤੇ ਕਹਿੰਦੇ ਜੇਕਰ ਤੁਸੀਂ ਜਿਹੜਾ ਬੀਜ ਬੀਜਣ ਜਾ ਰਹੇ ਹੋ ਨਾ, ਵਧੀਆ ਤਰੀਕੇ ਦੇ ਨਾਲ ਕਹਿੰਦੇ ਸਾਡੇ ਖੇਤਾਂ ਦੇ ਵਿੱਚ ਫਸਲ ਹੋ ਜਾਵੇਗੀ, ਵਧੀਆ ਅਨਾਜ ਸਾਨੂੰ ਮਿਲ ਜਾਵੇਗਾ, ਵਧੀਆ ਅੰਨ ਦੀ ਪ੍ਰਾਪਤੀ ਹੋ ਜਾਵੇਗੀ। ਤੇ ਇਸ ਦੇ ਨਾਲ ਕਹਿੰਦੇ ਫਿਰ ਮੈਂ ਆਉਂਦੇ ਸਾਲ ਨੂੰ ਆਉਂਦੀ ਫਸਲ ਤੱਕ ਮੈਂ 2-4 ਕਾਮੇ ਹੋਰ ਰੱਖ ਦੇਵਾਂਗਾ, 2-4 ਮਜ਼ਦੂਰ ਹੋਰ ਘਰ ਦੇ ਵਿੱਚ ਰੱਖ ਲਵਾਂਗਾ, ਤਾਂ ਜੋ ਤੁਹਾਡੇ ਨਾਲ ਉਹ ਖੇਤ ਦੇ ਕੰਮ ਦੇ ਵਿੱਚ ਵੀ ਸਹਾਇਤਾ ਕਰਵਾ ਸਕਣ। ਅਸਵਿਦ ਕੀ ਕ੍ਰਿਤ ਕਰੋ ਨਿਬਾਹੀ, ਅਟੁੱਟ ਹੋਏ ਸਭ ਕਿਛ ਘਰ ਮਾਹੀ। ਤੇ ਕਹਿੰਦੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਕਿਰਤ ਕਰਿਆ ਕਰੋ ਵੀ ਜਿਸ ਦੇ ਨਾਲ ਘਰ ਵਿੱਚ ਸਭ ਕੁਝ ਅਟੁੱਟ ਹੋਵੇਗਾ, ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੋਟ ਨਹੀਂ ਆਵੇਗੀ, ਘਰ ਦੇ ਵਿੱਚ ਚੰਗੀ ਸਾਡੀ ਜਿਹੜੀ ਆਰਥਿਕ ਦਸ਼ਾ ਹੈ ਉਹ ਹੋਰ ਸੁਧਾਰ ਹੋ ਜਾਵੇਗਾ, ਜਿਸ ਦੇ ਨਾਲ ਘਰੇਲੂ ਵਸਤੂਆਂ ਜਿਹੜੀਆਂ ਵਰਤਣ ਵਾਲੀਆਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੋਟ ਨਹੀਂ ਆਵੇਗੀ। ਸ੍ਰੀ ਨਾਨਕ ਸੁਣ ਕਰ ਪਿਤ ਬਾਣੀ, ਜੋ ਤਨ ਤ੍ਰਿਸ਼ਨਾ ਮਹਿ ਲਪਟਾਨੀ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮਹਿਤਾ ਕਾਲੂ ਜੀ ਦੇ ਕੋਲੋਂ ਇਹ ਬਚਨ ਸਰਵਣ ਕੀਤੇ ਵੀ ਮੇਰੇ ਪਿਆਰੇ ਪੁੱਤਰ, ਗਾਵਾਂ ਮੱਝਾਂ ਨੂੰ ਚਰਾਉਣਾ ਛੱਡ ਦਿਓ ਤੇ ਹੁਣ ਤੁਸੀਂ ਖੇਤ ਦੇ ਵਿੱਚ ਜਾ ਕੇ ਫਸਲ ਉਗਾਉਣੀ ਹੈ, ਚੰਗੇ ਤਰੀਕੇ ਦੇ ਨਾਲ ਖੇਤ ਦੀ ਸੰਭਾਲ ਕਰਨੀ ਹੈ, ਫਸਲ ਦੀ ਸੰਭਾਲ ਕਰਨੀ ਹੈ। ਤੇ ਉਸ ਖੇਤ ਦੇ ਵਿੱਚ ਚੰਗੀ ਤਰ੍ਹਾਂ ਹਲ ਵਾਹੁਣ ਦੇ ਨਾਲ ਜਿਹੜਾ ਬੀਜ ਤੁਸੀਂ ਲੈ ਕੇ ਜਾ ਰਹੇ ਹੋ ਉਹ ਬੀਜ ਬੀਜਣਾ ਹੈ। ਸੁਨੋ ਪਿਤਾ ਜੀ ਆਏ ਸੋ ਜੈਸੀ, ਕਹੋ ਆਪ ਹੋ ਕਰੇ ਹੋ ਤੈਸੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਨੂੰ ਆਖਦੇ ਨੇ ਕਿ ਹੇ ਮੇਰੇ ਪਿਤਾ ਜੀ, ਆਇਸ ਜੈਸੀ, ਆਇਸ ਦਾ ਭਾਵ ਹੁੰਦਾ ਆਗਿਆ, ਹੁਕਮ, ਕਿ ਜਿਵੇਂ ਕਹਿੰਦੇ ਤੁਸੀਂ ਆਪ ਜੀ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਕਰਾਂਗਾ, ਉਸੇ ਤਰ੍ਹਾਂ ਚੱਲਾਂਗਾ, ਜਿਵੇਂ ਤੁਹਾਡਾ ਹੁਕਮ ਹੈ, ਤੁਹਾਡਾ ਹੁਕਮ ਮੰਨਦਿਆਂ, ਤੁਹਾਡੀ ਆਗਿਆ ਮੰਨਦਿਆਂ ਹੀ ਮੈਂ ਸਾਰਾ ਕਾਰਜ ਕਰੂੰਗਾ।
ਤਬ ਕਾਲੂ ਦਿਜ ਬੀਜ ਤੁਲਾਇਆ, ਇੱਕ ਕਾਮਾ ਸੁਤ ਸੰਗ ਰਲਾਇਆ। ਤੇ ਮਹਿਤਾ ਕਾਲੂ ਜੀ ਨੇ ਕਹਿੰਦੇ ਫਿਰ ਉਹ ਬੀਜ ਤੋਲਿਆ, ਜਿਹੜਾ 1.25 ਮਣ ਬੀਜ ਉਸ ਖੇਤ ਦੇ ਵਿੱਚ ਬੀਜਣਾ ਸੀ ਉਸ ਨੂੰ ਤੋਲਿਆ ਗਿਆ। ਤੇ ਫਿਰ ਸਾਰਾ ਭਾਰ ਜੋਖ ਕੇ ਉਹ ਬੀਜ ਤਿਆਰ ਕਰਕੇ ਇੱਕ ਥੈਲੇ ਦੇ ਵਿੱਚ ਪਾ ਕੇ ਤੇ ਨਾਲ ਕਹਿੰਦੇ ਇੱਕ ਕਾਮਾ ਸੁਤ ਸੰਗ ਰਲਾਇਆ, ਇੱਕ ਕਾਮੇ ਨੂੰ ਉਹ ਸਾਰਾ ਬੀਜ ਚੁਕਵਾ ਦਿੱਤਾ ਤੇ ਉਹ ਕਾਮਾ ਨੂੰ ਆਪਣੇ ਪੁੱਤਰ ਦੇ ਨਾਲ ਖੇਤ ਵੱਲ ਨੂੰ ਤੋਰ ਦਿੱਤਾ। ਲਾਗੁਲ ਬੀਜ ਲਏ ਕਰ ਦੂੰ, ਵਾਹਨ ਗਏ ਭੂਮਿਕਾ ਸੋ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਨਾਲ ਉਹਨਾਂ ਦੇ ਨੌਕਰ ਵੀ ਦੋਵੇਂ ਜਾਣੇ ਰਲ ਕੇ ਖੇਤ ਵੱਲ ਨੂੰ ਚਾਲੇ ਪਾ ਦਿੰਦੇ ਨੇ ਤੇ ਖੇਤ ਦੇ ਵਿੱਚ ਜਾ ਕੇ ਜਿਹੜੀ ਖੇਤ ਦੀ ਜ਼ਮੀਨ ਹੈ ਉਸ ਨੂੰ ਵਾਹੁਣਾ ਸ਼ੁਰੂ ਕਰ ਦਿੰਦੇ ਨੇ, ਖੇਤ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਨੇ। ਜਦੋਂ ਅਸੀਂ ਖੇਤ ਦੇ ਵਿੱਚ ਬੀਜ ਬੀਜਣਾ ਹੋਵੇ ਨਾ ਤਾਂ ਖੇਤ ਦੀ ਤਿਆਰੀ ਵੀ ਦੇਖਣੀ ਪੈਂਦੀ ਹੈ, ਮੌਸਮ ਵੀ ਦੇਖਣਾ ਪੈਂਦਾ ਵੀ ਕਿਹੜੇ ਮੌਸਮ ਦੇ ਵਿੱਚ ਕਿਹੜੀ ਫਸਲ ਚੰਗੇ ਤਰੀਕੇ ਦੇ ਨਾਲ ਬੀਜੀ ਜਾ ਸਕਦੀ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਉਹਨਾਂ ਦੇ ਪਿਤਾ ਜੀ ਆਖਦੇ ਨੇ ਵੀ ਚੰਗੀ ਤਰੀਕੇ ਦੇ ਨਾਲ ਪਹਿਲਾਂ ਖੇਤ ਨੂੰ ਵਾਹਿਆ ਜਾਵੇ, ਫਿਰ ਖੇਤ ਦੀ ਤਿਆਰੀ ਜਦੋਂ ਹੋ ਜਾਵੇ ਫਿਰ ਹੀ ਉਸ ਦੇ ਵਿੱਚ ਬੀਜ ਨੂੰ ਬੀਜਣਾ। ਇਸੇ ਤਰ੍ਹਾਂ ਘਰ ਦੇ ਵਿੱਚ ਉਹ ਬੀਜ ਲੈ ਜਾਂਦੇ ਨੇ ਤੇ ਖੇਤ ਨੂੰ ਵਾਹੁਣਾ ਸ਼ੁਰੂ ਕਰ ਦਿੰਦੇ ਨੇ। ਕਹੂੰਗ ਕਹੂੰਗ ਕਾਟਿਓ ਸਿਆਰਾ, ਜਿੱਤੋ ਬੀਜ ਦੇ ਸਭ ਵਿਸਤਾਰਾ। ਤੇ ਇਸੇ ਤਰ੍ਹਾਂ ਕਹਿੰਦੇ ਖੇਤ ਨੂੰ ਵਾਹ ਕੇ ਫਿਰ ਉਹਨਾਂ ਨੇ ਕਹਿੰਦੇ ਖੇਤ ਦੇ ਵਿੱਚੋਂ ਸਿਆੜ ਕੱਢਣੇ ਸ਼ੁਰੂ ਕੀਤੇ। ਸਿਆੜ ਕੱਢ ਕੇ ਤੇ ਸਾਰੇ ਖੇਤ ਦੇ ਵਿੱਚ ਕਹਿੰਦੇ ਫਿਰ ਬੀਜ ਦਾ ਜਿਹੜਾ ਸੀ ਉਹ ਚੰਗੇ ਤਰੀਕੇ ਦੇ ਨਾਲ ਛੱਟਾ ਦੇ ਦਿੱਤਾ। ਭਈ ਸੰਜ ਆਏ ਨਿਜ ਸਦਨਾ, ਕਾਲੂ ਪ੍ਰਫੁੱਲਤ ਪਿਖ ਬਦਨਾ। ਤੇ ਕਹਿੰਦੇ ਸੰਜ ਦਾ ਸਮਾਂ ਹੋਇਆ, ਸ਼ਾਮਾਂ ਪੈ ਗਈਆਂ। ਸ਼ਾਮਾਂ ਪੈ ਜਾਣ ਦੇ ਕਾਰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਨੌਕਰ ਦੇ ਸਮੇਤ ਜਿਹੜੇ ਖੇਤਾਂ ਨੂੰ ਗਏ ਹੋਏ ਸਨ, ਸ਼ਾਮਾਂ ਦਾ ਵੇਲਾ ਹੋ ਜਾਣ ਦੇ ਕਾਰਨ ਆਪਣੇ ਘਰ ਪਰਤੇ ਨੇ। ਜਦੋਂ ਘਰ ਪਰਤੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਤੇ ਨੌਕਰ ਨੂੰ ਦੇਖ ਕੇ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੁੰਦੇ ਨੇ ਵੀ ਭਾਈ ਇਹ ਖੇਤ ਦੇ ਵਿੱਚ ਜਾ ਕੇ ਫਸਲ ਬੀਜ ਕੇ ਆਏ ਨੇ। ਸ੍ਰੀ ਗੁਰ ਕਰ ਮਹਿ ਬਰਕਤ ਪਾਣੀ, ਕਹਿ ਮੈਂ ਸ਼ਕਤ ਸੋ ਕਰੇ ਉਚਾਰੀ। ਤੇ ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਵੀ ਆਖਦੇ ਨੇ ਕਿ ਮੇਰੇ ਪੁੱਤਰ ਦੇ ਹੱਥਾਂ ਦੇ ਵਿੱਚ ਬੜੀ ਬਰਕਤ ਹੈ, ਇਹ ਬੀਜ ਬੀਜੇਗਾ ਨਾ ਸਾਨੂੰ ਭਰੀ ਹੋਈ ਫਸਲ ਮਿਲੇਗੀ, ਚੰਗੇ ਤਰੀਕੇ ਦੇ ਨਾਲ ਸਾਨੂੰ ਫਸਲ ਦੀ ਜਿਹੜੀ ਹੈ ਅਨਾਜ ਦੀ ਜਿਹੜੀ ਹੈ ਉਹ ਪ੍ਰਾਪਤੀ ਹੋ ਜਾਵੇਗੀ। ਇਸ ਦੇ ਹੱਥਾਂ ਦੇ ਵਿੱਚ ਬੜੀ ਬਰਕਤ ਹੈ। ਦਿਵਸ ਤੀਸਰੇ ਭੀ ਸਭ ਜਾਈ, ਜਨ ਅਵੇਨੀ ਨਿਜ ਅਣਦ ਜਨਾਈ। ਤੇ ਕਹਿੰਦੇ ਜਦੋਂ ਤੀਸਰੇ ਦਿਨ ਆਇਆ, ਫਸਲ ਬੀਜਣ ਤੋਂ ਬਾਅਦ ਜਿਹੜਾ ਤੀਸਰਾ ਦਿਨ ਆਇਆ ਨਾ, ਉਸੇ ਦਿਨ ਕਹਿੰਦੇ ਖੇਤ ਦੇ ਵਿੱਚ ਹਰਿਆਵਲ ਆਉਣੀ ਸ਼ੁਰੂ ਹੋ ਗਈ। ਜਿਹੜਾ ਬੀਜ ਬੀਜਿਆ ਸੀ ਨਾ ਉਹ ਬੀਜ ਫੁੱਟ ਗਿਆ। ਬੀਜ ਦੇ ਵਿੱਚੋਂ ਉਹ ਜਿਹੜੇ ਖੇਤ ਦੇ ਵਿੱਚ ਫਸਲ ਬੀਜੀ ਹੋਈ ਸੀ ਉਹ ਬੀਜ ਦੇ ਵਿੱਚੋਂ ਫਸਲ ਦੇ ਅੰਸ਼ ਦਿਖਣੇ ਸ਼ੁਰੂ ਹੋ ਗਏ, ਖੇਤ ਹਰਿਆ ਭਰਿਆ ਲੱਗਣਾ ਸ਼ੁਰੂ ਹੋ ਗਿਆ। ਤੇ ਇਸੇ ਕਰਕੇ ਕਹਿੰਦੇ ਮਾਨੋ ਪ੍ਰਿਥਵੀ ਵੀ ਆਪ ਉਹਨਾਂ ਦੇ ਉੱਤੇ ਅਸਰ ਕਰ ਰਹੀ ਹੈ। ਪ੍ਰਿਥਵੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਸਰਾ ਬਣੀ ਹੋਈ ਹੈ। ਉਹਨਾਂ ਨੂੰ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਉਹਨਾਂ ਦੇ ਕਾਰਜ ਦੇ ਵਿੱਚ ਆਪਣਾ ਸਹਿਯੋਗ ਕਰ ਰਹੀ ਹੈ। ਤੇ ਇਸੇ ਤਰ੍ਹਾਂ ਉਹ ਧਰਤੀ ਵੀ ਆਨੰਦਮਈ ਹੋਈ ਹੈ। ਕਾਲੂ ਜਾਏ ਕ੍ਰਿਖੀ ਜਬ ਦੇਖੀ, ਸਗਨ ਉਗੀ ਭਾ ਮੋਦ ਵਿਸ਼ੇਖੀ। ਤੇ ਇਸੇ ਤਰ੍ਹਾਂ ਕਹਿੰਦੇ ਮਹਿਤਾ ਕਾਲੂ ਜੀ ਜਦੋਂ ਉਸ ਤੀਸਰੇ ਦਿਨ ਆਪਣੇ ਖੇਤਾਂ ਨੂੰ ਦੇਖਣ ਜਾਂਦੇ ਨੇ, ਖੇਤ ਦੇ ਵਿੱਚ ਸੰਘਣੀ ਫਸਲ ਦੇਖ ਕੇ, ਹਰਿਆਵਲ ਦੇਖ ਕੇ ਬੜੇ ਖੁਸ਼ ਹੁੰਦੇ ਨੇ ਵੀ ਭਾਈ ਸਾਡੇ ਪੁੱਤਰ ਨੇ ਪੂਰੀ ਲਗਨ ਦੇ ਨਾਲ ਕਾਰਜ ਕੀਤਾ, ਪੂਰੀ ਮਿਹਨਤ ਦੇ ਨਾਲ ਆਪਣਾ ਮਨ ਲਗਾ ਕੇ ਖੇਤ ਨੂੰ ਵਾਹ ਕੇ ਚੰਗੇ ਤਰੀਕੇ ਦੇ ਨਾਲ ਬੀਜ ਬੀਜਿਆ ਹੈ, ਜਿਸ ਦਾ ਸਿੱਟੇ ਜਿਸ ਦੇ ਸਦਕਾ ਇਹ ਹੁਣ ਖੇਤ ਤੀਜੇ ਦਿਨ ਹੀ ਹਰਿਆ ਭਰਿਆ ਹੋ ਗਿਆ। ਇਹ ਸਾਰਾ ਕੁਝ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਬਹੁਤ ਖੁਸ਼ ਹੁੰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਕਿਵੇਂ ਕਵੀ ਜੀ ਨੇ ਉਸ ਇਲਾਕੇ ਦੀ ਬਰਸਾਤ ਦੀ ਰੁੱਤ ਦਾ ਜ਼ਿਕਰ ਕੀਤਾ ਹੈ। ਬਰਸਾਤ ਦੀ ਰੁੱਤ ਦਾ ਜ਼ਿਕਰ ਕਰਦਿਆਂ ਨਾਲ ਹੀ ਮਨੁੱਖਾਂ ਦੇ ਮਨ ਦੀ ਦਸ਼ਾ ਵੀ ਦੱਸੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਬਾਬਤ ਵੀ ਜ਼ਿਕਰ ਕੀਤਾ ਹੈ ਵੀ ਉਹ ਸਰੀਰ ਦੇ ਰੂਪ ਦੇ ਵਿੱਚ ਉਮਰ ਕਰਕੇ ਵਡੇਰੇ ਹੋ ਰਹੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ
ਫਿਰ ਤੋਂ ਆਪਣੇ ਪਿਤਾ ਜੀ ਦਾ ਹੁਕਮ ਪ੍ਰਾਪਤ ਕਰਕੇ 7 ਵਚਨ ਆਖਦਿਆਂ ਹੁਣ ਖੇਤੀ ਦੀ ਕਾਰ ਕਰਨੀ ਆਰੰਭ ਕਰ ਦਿੰਦੇ ਨੇ ਤੇ ਤੀਜੇ ਦਿਨ ਹੀ ਖੇਤ ਦੇ ਵਿੱਚੋਂ ਉਹ ਜਿਹੜਾ ਬੀਜ ਹੈ ਪੁੰਗਰਨਾ ਸ਼ੁਰੂ ਹੋ ਗਿਆ ਹੈ, ਖੇਤ ਦੇ ਵਿੱਚ ਹਰਿਆਵਲ ਆਉਣੀ ਸ਼ੁਰੂ ਹੋ ਗਈ ਹੈ। ਇਹ ਸਾਰਾ ਕੁਝ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਬੜੇ ਪ੍ਰਸੰਨ ਹੁੰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਆਪਣੇ ਪੁੱਤਰ ਨੂੰ ਕੀ ਕੁਝ ਆਖਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।